ਕਿਹੜੇ ਮੁਲਕ ਜਿਹੜੇ ਉਹ ਇਸ ਟਾਈਮ ਵੀਜ਼ਾ ਦਿੰਦੇ ਨੇ ਪਏ ਔਰ ਕਿਹੜੇ ਡਾਕੂਮੈਂਟ ਤੁਸੀਂ ਇਕੱਠੇ ਕਰਕੇ ਤੇ ਖੁਦ ਅਪਲਾਈ ਕਰਕੇ ਯੂਰਪ ਵਿੱਚ ਆ ਸਕਦੇ ਹੋ। ਔਰ 1500 ਦਰਮ ਦੇ ਵਿੱਚ 1500 ਦਰਮ ਦੇ ਵਿੱਚ ਮੈਂ ਜਨਾਬੇ ਅਲੀ ਵੀਜ਼ਾ ਲਵਾ ਲਿਆ ਸੀ ਔਰ 1200 ਦੀ ਮੈਂ ਖਰੀਦੀ ਸੀ ਟਿਕਟ ਤੇ 1200 ਦੀ ਟਿਕਟ ਖਰੀਦਣ ਤੋਂ ਬਾਅਦ ਮੈਂ 27-2800 ਦਰਮ ਦੇ ਵਿੱਚ ਯੂਰਪ ਪਹੁੰਚ ਗਿਆ ਸੀ ਸ਼ੈਂਜਨ ਜ਼ੋਨ ਦੇ ਵਿੱਚ, ਜਿਹੜਾ 60 ਲੱਖ ਰੁਪਏ ਦਾ, ਜਿਹੜਾ 60 ਲੱਖ ਰੁਪਏ ਤੁਸੀਂ ਦੇ ਕੇ ਆਂਦੇ ਹੋ ਜੀ ਹਾਂ ਸ਼ੈਂਜਨ ਜ਼ੋਨ ਚ ਆਪਣਾ। ਨਾਲੇ ਵੀ ਦੱਸੋ ਵਿਦਆਊਟ ਐਨੀ ਏਜੰਟ। अस्सलाम वालेकुम रहमतुल्लाह। बाबे दे सुनाओ की हाल है? उम्मीद है तगड़े उस दे बाबे दे बड़े सारे जवानों के सवाल आन कि हुण दी करंट सिचुएशन की है, किवें असीं खुद अप्लाई करके ते यूरोप आ सकने हैं। एक चीज़ भाई असां जिहड़ा ना उहदे ते काम करके तुहाडे सारे अगे रखी है ते मैं बड़ा जिहड़ा ना मशहूर आदल साहब दा और जितने भी साडे मेम्बरान जिहड़े काम पे करते हैं भाई, और इन्हें एक चैन बनाई है कि बंदियां दा फायदा पे करते हैं। असां ग्रुप ते सारी गल बनाई है, हर बंदे जिहड़ा ना पर्सनल च जाके जवाब देने नालों मैं तुहानूं दसना कि बेसिक जिहड़ियां चीज़ां ना या शुरू दे विच तुसीं की कुछ कर सकते हो और की कुछ तुहानूं करना चाहिए ताकि तुसीं एज ए ट्रक ड्राइवर यूरोप दे विच आ जाओ। हुण एक चीज़ जिहड़ी मैं तुहानूं इत्थे दस छड़ा वो ये कि भाई अपने मोढ़ियां ते तुसां बाहर पाना है ते कम्मे होना है। तुसीं किसी बंदे ते भी गल छड़ दे ते भाई नहीं होना, बेशक आखो बई साकी साहब सानूं दसना ते होना है ना। तुसीं अपनी मालूमात कदाइयों भी इकट्ठी करो, इस चैनल तो करो, किसी होरी तो करो। तुहाडा मोटिव ये होना चाहिए है, तुहाडा गोल ये होना चाहिए है कि तुसीं कम तो कम अमाउंट दे विच यूरोप पढ़ो, ठीक है। तुसीं अगर तुहाडा क्राइटेरिया पूरा हो गया, 2 साल का तुहाडा लाइसेंस तुहाडे कोल है, ईवन मैं ना साल तो बाद भी अप्लाई करना शुरू कर दे, उहदे च खर्चा भी तो किहड़ा, ठीक है। उहदे वास्ते डॉक्यूमेंटेशन की न सारियां चीज़ां मैं तुहानूं दसना। इस वीडियो नाल तुसां जुड़िया रहना है और तुसीं इहदे ते कितना तुहाडा फायदा हुंदा है और इस वीडियो नूं तुसीं अगे लोगां तक पढ़ाना है, ये तुहाडे ते समझो फर्ज ते लाजम हो गया। जिवें कि मैनूं पता लगा इवें तुहानूं पता लग सी, तुहाडे तो किसी होर बंदे नूं पता लग सी। ते चलो वीडियो शुरू करदे हां। ਤੁਸੀਂ ਇਹ ਦੱਸੋ ਜੀ, ਮੈਂ ਕਿ ਸ਼ੁਰੂ ਹੀ ਤੁਹਾਨੂੰ ਜ਼ਿਕਰ ਕੀਤਾ ਕਿ ਭਾਈ ਆਦਲ ਨਾਲ ਤੁਹਾਡੀ ਅੱਜ ਗੱਪਸ਼ਪ ਕਰਵਾਣੀ ਹੈ। ਭਾਈ ਆਦਲ ਰੀਸੈਂਟਲੀ ਜਨਾਬ ਪਹੁੰਚੇ ਨੇ ਆਪਣਾ ਯੂਰਪ ਦੇ ਵਿੱਚ ਤੇ ਲਾਤਵੀਆ ਤੋਂ ਨੇ ਲਿਥੁਆਨੀਆ ਤੇ ਇਹ ਹਾਲਾਤ ਤੋਂ ਵਾਕਿਆਤ ਜਿਹੜੇ ਮਤਲਬ ਅੱਜ ਦੀ ਕਰੰਟ ਸਿਚੁਏਸ਼ਨ ਹੈ ਨਾ ਉਸ ਨੇ ਚੰਗੀ ਤਰ੍ਹਾਂ ਭਾਈਆ ਇਹਨਾਂ ਕੋਲ ਲਾਲਚ ਈਚੀ ਬੀਚੀ ਜਿਵੇਂ ਤੁਸੀਂ ਪੰਜਾਬੀ ਚ ਆਖ ਲਓ ਤਾਂ ਇਹਨਾਂ ਨੂੰ ਪਤਾ ਤੇ ਭਾਈਰਾਂ ਦੇ ਕੋਲੋਂ ਪੁੱਛਨੇ ਆ ਬਈ ਅੱਜ ਕੱਲ ਅਗਰ ਕਿਸੇ ਅਪਲਾਈ ਕਰਨਾ ਹੈ ਤੇ ਉਹ ਕਿਵੇਂ ਕਰਕੇ ਆ ਸਕਦਾ ਤੇ ਕੀ ਕੋ ਡਾਕੂਮੈਂਟੇਸ਼ਨ ਹੈ, ਕਿਵੇਂ ਮਤਲਬ ਬੰਦਾ ਇੱਕ ਜਿਹੜਾ ਜਿਨ ਜ਼ੀਰੋ ਪਤਾ ਹੈ ਕਿ ਯੂਰਪ ਆਉਣਾ ਹੈ, ਬਸ ਟਰੱਕ ਦਾ ਲਾਇਸੈਂਸ ਉਹਦੇ ਕੋਲ ਹੈ ਤੇ ਹੁਣ ਇਹ ਇੱਕਦਮ ਖਬਰ ਲੱਭ ਗਈ ਹੈ ਵੀ ਬੰਦੇ ਟਰੱਕ ਦੇ ਲਾਇਸੈਂਸ ਤੇ ਯੂਰਪ ਜਾਂਦੇ ਨੇ ਤੇ ਚਲੋ ਬਈ ਆਉਣੇ ਵਾਲੇ ਬੰਦਿਆਂ ਦਾ ਕੋਈ ਫਾਇਦਾ ਹੋ ਜਾਏ। ਜੀ ਆਦਲ ਭਾਈ, ਸਭ ਤੋਂ ਪਹਿਲੇ ਤੇ ਜਿਹੜੇ ਬੰਦੇ ਪਾਕਿਸਤਾਨ 'ਚ ਮੌਜੂਦ ਨੇ ਉਹਨਾਂ ਵਾਸਤੇ ਫਿਲਹਾਲ ਉਹ ਸਿਸਟਮ ਨਹੀਂ ਚੱਲ ਰਿਹਾ। ਉਹਦੇ ਚੱਲਣ ਦੀ ਨਾ ਚੱਲਣ ਦੀ ਵਜ੍ਹਾ ਇਹ ਵੇ ਕਿ ਜਿਹੜੇ ਬੰਦਾ ਪਾਕਿਸਤਾਨ ਦੀ ਨੈਸ਼ਨਲ ਹੈ ਨਾ ਤੇ ਉਹਦੇ ਕੋਲ ਗੁਲਫ ਦਾ ਕਾਮਾ ਜਾਂ ਰੈਜ਼ੀਡੈਂਟ ਜਾਂ TRC ਨਹੀਂ ਹੈ, ਸਿਰਫ ਪਾਕਿਸਤਾਨ ਦੇ ਵਿੱਚ ਉਹਦੇ ਕੋਲ HTV ਲਾਇਸੈਂਸ ਹੈ ਜਾਂ ਮੋਟਰਵੇ ਦਾ ਲਾਇਸੈਂਸ ਹੈ, ਠੀਕ ਹੈ। ਉਹਦਾ ਇਸ ਪਾਸੇ ਦਾ ਕੰਮ ਇਸ ਵਜ੍ਹਾ ਤੋਂ ਨਹੀਂ ਹੋ ਸਕਦਾ ਕਿ ਉਹਨੂੰ ਦੁਬਈ ਆ ਕੇ ਫਿੰਗਰ ਦੇਣੇ ਪੈਣੇ ਨੇ, ਵੀਜ਼ਾ ਜਮ੍ਹਾਂ ਕਰਾਉਣਾ ਪੈਣਾ VFS ਚ। ਤੇ ਜਦੋਂ ਦੁਬਈ ਦਾ ਆਪਣਾ ਅਜ਼ਰਬੈਜਾਨ ਦਾ ਨਹੀਂ ਹੈ, ਨਹੀਂ ਕਿਸੇ ਵੀ ਸੁਣਿਆ ਜੀ, ਹੁਣ ਕਿਸੇ ਵੀ ਜਿਹੜੀ ਲਾਤਵੀਆ ਦੀ ਅੰਬੈਸੀ ਹੈ ਉਹਨੇ ਮੁਖਤਲਿਫ ਯਾਨੀ ਰੀਜਨ ਸਾਂਭੇ ਹੁੰਦੇ ਨੇ, ਜਿਸ ਤਰ੍ਹਾਂ UAE ਅੰਬੈਸੀ ਜਿਹੜੀ ਦੁਬਈ ਦੀ ਅੰਬੈਸੀ ਹੈ ਲਾਤਵੀਆ ਦੀ, ਉਹਨੇ ਜਿੰਨੇ ਗੁਲਫ ਕੰਟਰੀ ਨੇ ਉਹਨਾਂ ਨੂੰ ਸਾਂਭਿਆ, ਸਾਊਦੀਆ, ਕਤਰ, ਕੁਵੈਤ, ਬਹਿਰੀਨ, ਓਮਾਨ, ਪਾਕਿਸਤਾਨ ਨਾਲ ਪਾਕਿਸਤਾਨ ਵੀ। ਲੇਕਿਨ ਜਿਹੜਾ ਪਾਕਿਸਤਾਨੀ ਨੈਸ਼ਨਲ ਜਾਂ ਸਿਟੀਜ਼ਨ ਆਫ ਪਾਕਿਸਤਾਨ ਵਾਲਾ ਬੰਦਾ ਹੈ ਨਾ ਉਹ ਦੁਬਈ ਸਬਮਿਸ਼ਨ ਕਰਾ ਸਕਦਾ ਹੈ, ਹੋਰ ਕਿਸੇ VFS ਚ ਨਹੀਂ ਕਰਾ ਸਕਦਾ। ਔਰ ਮਜ਼ੇ ਦੀ ਗੱਲ ਇਹ ਵੇ ਕਿ ਲਾਤਵੀਆ ਦਾ ਕੰਮ ਜਿਹੜਾ ਇਹ TRC ਨਾਲੋਂ ਕਿਤਨਾ ਹੀ ਸੌਖਾ ਹੈ। ਅੱਛਾ ਜੀ, ਉਹਦੀ ਵਜ੍ਹਾ ਪੁੱਛੋ। ਸਾਊਦੀਆ ਦੇ ਵਿੱਚ 3 VFS ਸੈਂਟਰ ਨੇ ਜਿੱਥੇ ਤੁਸੀਂ ਜਾ ਕੇ ਪੇਪਰ ਜਮ੍ਹਾਂ ਕਰਾਣੇ ਨੇ ਵੀਜ਼ੇ ਵਾਸਤੇ। ਦੁਬਈ ਦੇ ਵਿੱਚ 2 ਸੈਂਟਰ ਨੇ, ਓਮਾਨ ਦੇ ਵਿੱਚ 1 ਹੈ, ਬਹਿਰੀਨ ਦੇ ਵਿੱਚ 1 ਹੈ, ਕਤਰ ਦੇ ਵਿੱਚ 1 ਹੈ। ਠੀਕ ਹੈ, ਯਾਨੀ ਕਿ ਅਪਾਇੰਟਮੈਂਟ ਵਾਲਾ ਤੇ ਚੱਕਰ ਹੀ ਖਤਮ ਹੋ ਗਿਆ ਨਾ ਸਾਕੀ ਭਾਈ ਕਿ ਅਪਾਇੰਟਮੈਂਟ ਏਜੰਟ ਕੋਲ ਚੁੱਕਣੀ ਹੈ।
ਅਪਾਇੰਟਮੈਂਟ ਤੁਹਾਨੂੰ ਐਮਬੈਸੀ ਨੇ ਦੇਣੀ ਹੈ, ਤੁਸੀਂ ਮੇਲ ਕਰਨੀ ਹੈ। ਜ਼ਬਰਦਸਤ। ਯਾਨੀ ਜਿਵੇਂ ਅੱਗੇ ਬੰਦੇ 2-2 ਜਾਂ ਲੱਖ 2-2 ਲੱਖ ਲਾ ਕੇ ਰਿਕੁਆਇਰਮੈਂਟ ਲੈਂਦੇ ਹਨ, ਉਹ ਵਾਲਾ ਖਾਤਾ ਉਹ ਖਾਲਾ ਖਤਮ ਹੋ ਗਿਆ ਬਿਲਕੁਲ। ਜਿਹੜਾ ਦੁਬਈ ਦਾ ਰੈਜ਼ੀਡੈਂਟ ਹੈ ਉਹਨੇ VFS ਦੀ ਚੁੱਕਣੀ ਹੈ, ਉਹ ਖੁੱਲੀਆਂ ਪਈਆਂ ਰਹਿੰਦੀਆਂ ਨੇ। ਜਿਹੜੇ ਸਾਊਦੀਆ, ਮਸਕਤ, ਓਮਾਨ ਵਾਲੇ ਨੇ, ਉਹਨਾਂ ਨੇ ਇੱਕ ਫਾਰਮੈਟ ਬਣਾਇਆ ਹੈ ਸਾਂ ਦੋਸਤਾਂ ਨੇ, ਉਹ ਲਿਖਣਾ ਜੀ ਮੈਂ ਪਾਕਿਸਤਾਨੀ ਹਾਂ ਔਰ ਮੈਂ ਮਤਲਬ ਪਾਕਿਸਤਾਨੀ ਨੈਸ਼ਨਲ ਆ ਔਰ ਮੇਰੇ ਕੋਲ ਰੈਜ਼ੀਡੈਂਟ ਹੈ ਕਤਰ ਦਾ, ਤੇ ਮੇਰੇ ਕੋਲ ਇਹ ਇਨਵੀਟੇਸ਼ਨ ਨੰਬਰ ਹੈ। ਔਰ ਮਜ਼ੇ ਦੀ ਗੱਲ ਇਹ ਹੈ ਕਿ ਇਨਵੀਟੇਸ਼ਨ ਨੰਬਰ ਤੇ ਮਿਲਣੀ ਹੈ, ਇੰਜ ਨਹੀਂ ਮਿਲਣੀ ਕਿ ਮੇਰਾ ਪਾਸਪੋਰਟ ਨੰਬਰ ਹੈ, ਨਹੀਂ। ਜਦੋਂ ਤੁਹਾਨੂੰ ਇਨਵੀਟੇਸ਼ਨ ਆਉਣਾ, ਯਾਨੀ ਮਿਨਿਸਟਰੀ, ਉਹਨੂੰ ਇੰਜ ਕਹਿ ਸਕਦੇ ਹੋ, ਮੈਨੂੰ ਮਿਨਿਸਟਰੀ ਆਫ ਹਿਊਮਨ ਰਿਸੋਰਸਸ, ਜਿਹਨੂੰ ਅਸੀਂ ਕਹਿੰਦੇ ਆ ਮਿਨਿਸਟਰੀ ਆਫ ਇੰਟੀਰੀਅਰ, ਨਹੀਂ, ਜਿਹੜੀ ਵਰਕ ਪਰਮਿਟ ਵਾਲੇ ਹੁੰਦੇ ਨੇ ਮਿਨਿਸਟਰੀ ਜਿਹੜੀ ਹੁੰਦੀ ਹੈ, ਬਿਲਕੁਲ ਬਿਲਕੁਲ। ਜਿਹੜਾ ਦੁਬਈ ਹੈ ਉਹਦੇ ਵਿੱਚ ਹੁੰਦਾ ਮਿਨਿਸਟਰੀ ਆਫ ਹਿਊਮਨ ਰਿਸੋਰਸਸ, ਠੀਕ ਹੈ, ਜਿਹਨੂੰ ਅਸੀਂ ਲੇਬਰ ਕੋਰਟ ਆਨੇ ਆ। ਨਹੀਂ, ਲਾਤਵੀਆ ਦਾ ਅਗਰ ਕੋਈ ਬੰਦਾ ਮਤਲਬ ਸਾਊਦੀਆ ਤੋਂ ਅਪਲਾਈ ਕਰਦਾ ਹੈ ਜਾਂ ਗਲਫ ਦੇ ਕਿਸੇ ਵੀ ਵਿੱਚੋਂ ਕਰਵਾਉਂਦਾ ਹੈ, ਤੇ ਉਹ ਲਾਤਵੀਆ ਵਾਸਤੇ ਉਹ ਮਤਲਬ ਕਿੱਥੇ ਪ੍ਰੋਸੈਸ ਉਹ ਆਪਣਾ ਸਟਾਰਟ ਕਰ ਸਕਦਾ? ਫਿਰ ਆ ਗਏ, ਹਾਂਜੀ ਜੀ ਜੀ। ਮੈਂ ਕਹਿ ਰਿਹਾ ਲਾਤਵੀਆ ਵਾਸਤੇ ਜਾਂ ਸਲੋਵਾਕੀਆ ਵਾਸਤੇ, ਚਲੋ ਸਲੋਵਾਕੀਆ ਦੀ ਸਾਊਦੀਆ ਵਿੱਚ ਹੈ ਨੰਬਰ ਜੀ, ਲਾਤਵੀਆ ਵਾਸਤੇ ਆਪਣਾ ਕਿਹੜੀਆਂ ਕੰਪਨੀਆਂ ਜਿਹੜੀਆਂ ਇਸ ਟਾਈਮ ਬੰਦਿਆਂ ਜਿਹੜਾ ਨਾ ਉਹ ਹਾਇਰ ਕਰ ਰਹੀਆਂ, ਉਹਨਾਂ ਦੇ ਵੀ ਇੱਥੇ ਨਾਂ ਦਾ ਛੜੋ, ਤੇ ਇੱਕ ਬੰਦਾ ਜਿਸ ਨਵੇਂ ਸਿਰੇ ਤੋਂ ਖਾਤਾ ਸ਼ੁਰੂ ਕਰਨਾ ਹੈ, ਉਹਦੇ ਡਾਕੂਮੈਂਟੇਸ਼ਨ ਕੀ ਹੈ, ਉਸ ਕਿਵੇਂ ਸ਼ੁਰੂ ਕਰਕੇ ਤੇ ਕਿਵੇਂ ਆਖਰ ਤੱਕ ਉਹ ਆਪਣਾ ਇਹ ਸਾਰਾ ਸਿਸਟਮ ਲੈ ਕੇ ਜਾ ਸਕਦਾ? ਬਸ ਭਾਈ ਜਾਨ, ਇਹ ਸਭ ਤੋਂ ਪਹਿਲੇ ਮੈਂ ਤੁਹਾਨੂੰ ਕੰਪਨੀ ਦਾ ਨਾਮ ਦੱਸਾਂ। ਸਭ ਤੋਂ ਪਹਿਲੇ ਨੰਬਰ ਤੇ ਬਾਲਟਿਕ ਟਰਾਂਸਲੇਨ ਨੇ ਕੰਮ ਸ਼ੁਰੂ ਕੀਤਾ, ਜਿਹਦੇ ਵਿੱਚ ਮੈਂ ਆਇਆ ਵਾਂ। ਔਰ ਸਿਰਫ ਮੈਂ ਨਹੀਂ ਆਇਆ, ਮੇਰੇ ਪਿੱਛੇ ਕਾਸ਼ਫ ਗਲਬਨ 8 ਤੋਂ 9 ਮੁੰਡੇ ਨੇ ਜਿਹੜੇ ਆਏ ਨੇ ਡੀ ਵੀਜ਼ੇ ਤੇ। ਦੁਬਈ ਚੋਂ, ਸਾਊਦੀਆ ਚੋਂ, ਓਮਾਨ ਚੋਂ ਇੱਕ ਵੀਜ਼ਾ ਲੱਗਿਆ, ਸਾਊਦੀਆ ਚ 4-5 ਲੱਗੇ ਨੇ। ਨਾਲੇ ਵੀ ਦੱਸੋ, ਵਿਦਆਊਟ ਐਨੀ ਏਜੰਟ ਜੀ, ਵਿਦਆਊਟ ਐਨੀ ਏਜੰਟ, ਔਰ 1500 ਦਰਮ ਦੇ ਵਿੱਚ, 1500 ਦਰਮ ਦੇ ਵਿੱਚ ਮੈਂ ਜਨਾਬੇ ਵਾਲੀ ਵੀਜ਼ਾ ਲਵਾ ਲਿਆ ਸੀ। ਔਰ 1200 ਦੀ ਮੈਂ ਖਰੀਦੀ ਸੀ ਟਿਕਟ, ਤੇ 1200 ਦੀ ਟਿਕਟ ਖਰੀਦਣ ਤੋਂ ਬਾਅਦ ਮੈਂ 2700-2800 ਦਰਮ ਦੇ ਵਿੱਚ ਯੂਰਪ ਪਹੁੰਚ ਗਿਆ ਸੀ, ਸ਼ੈਂਜਨ ਜ਼ੋਨ ਦੇ ਵਿੱਚ, ਜਿਹੜਾ 60 ਲੱਖ ਰੁਪਏ ਦਾ, ਜਿਹੜਾ 60 ਲੱਖ ਰੁਪਏ ਤੁਸੀਂ ਦੇ ਕੇ ਆਂਦੇ ਹੋ ਜੀ ਸ਼ੈਂਜਨ ਜ਼ੋਨ ਚ ਆਪਣਾ। ਵਾਹ ਵਾਹ, ਕੀ ਬਾਤ, ਜ਼ਬਰਦਸਤ। ਔਰ ਇਹਦੇ ਵਾਸਤੇ ਜਿਹੜੇ ਡਾਕੂਮੈਂਟ ਨੇ ਸਾਕੀ ਭਾਈ, ਜਦੋਂ ਵੀ ਤੁਸੀਂ ਆਪਣੀ ਫਾਈਲ ਸਬਮਿਟ ਕਰਾਣੀ ਹੈ ਨਾ ਕਿਸੇ ਬੰਦੇ ਨੇ ਵੀ, ਉਹਦਾ ਕਾਮਾ ਕਿਸੇ ਵੀ ਕੰਟਰੀ ਦੇ ਵਿੱਚ, ਉਹਦਾ ਕਾਮਾ ਮਿਨੀਮਮ 3 ਮਹੀਨੇ ਹੋਣਾ ਚਾਹੀਦਾ ਹੈ। ਠੀਕ ਹੈ। ਬੈਂਕ ਸਟੇਟਮੈਂਟ ਕਮ ਸੇ ਕਮ 5000 ਸਾਊਦੀ ਰਿਆਲ, 5000 ਦਰਮ ਦੀ ਹੋਣੀ ਚਾਹੀਦੀ ਹੈ। ਇਹਦੇ ਵਿੱਚ ਇੱਕ ਹੋਰ ਵੀ ਆਪਸ਼ਨ ਹੈ, ਅਗਰ ਤੁਹਾਡੀ ਬੈਂਕ ਸਟੇਟਮੈਂਟ ਕਮਜ਼ੋਰ ਹੈ ਨਾ, ਬੈਂਕ ਸਟੇਟਮੈਂਟ ਸਾਡੀ ਵਾਰੀ ਤੱਕ ਹੋਣਾ ਯਾਰ ਜ਼ਰੂਰੀ ਹੈ। ਜਾਨੇ ਸਾਡਾ ਡੀ ਵੀਜ਼ਾ ਲੱਗ ਰਿਹਾ, ਸਾਡੀ TRC ਨਹੀਂ ਬਣ ਰਹੀ। ਅੱਛਾ ਅੱਛਾ, ਠੀਕ ਹੈ। ਇਹ ਡੀ ਵੀਜ਼ੇ ਦਾ ਕੰਮ ਹੋ ਰਿਹਾ, TRC ਨਹੀਂ। TRC ਤੁਹਾਡੀ ਇੱਥੇ ਆ ਕੇ ਅਪਰੂਵ ਹੋਣੀ ਹੈ, ਠੀਕ ਹੈ। ਕੰਪਨੀਆਂ ਦਾ ਨਾਮ ਦੱਸਣ ਡਿਆ ਸਾਂ, ਬਾਲਟਿਕ ਟਰਾਂਸਲੇਨ, ਟਰਾਂਸਮਿਸਕਾ ਔਰ ਤਾਜ ਮੈਡੀਸਨ। ਇਹ 3 ਕੰਪਨੀਆਂ ਫਿਲਹਾਲ ਕਰ ਰਹੀਆਂ ਨੇ ਲਾਤਵੀਆ ਤੋਂ, ਠੀਕ ਹੈ। ਤੇ ਇਸ ਤੋਂ ਇਲਾਵਾ ਹੋਰ ਵੀ 3-4 ਕੰਪਨੀਆਂ, ਕਾਰਗੋ 24, ਵਲਤਾਨਾ ਵਾਲੇ ਵੀ ਆਪਣੇ ਉੱਥੇ ਆਫਿਸ ਖੋਲ ਰਹੇ ਨੇ, ਠੀਕ ਹੈ। ਗੱਲ ਪਤਾ ਕੀ ਹੁੰਦੀ ਸਾਕੀ ਭਾਈ, ਜਿੰਨੇ ਵੀ ਦੋਸਤ ਨੇ ਬੰਦੇ ਆਂਦੇ ਨੇ ਕਿ ਅਸੀਂ ਇੱਕ ਦਿਨ ਚ ਅਪਲਾਈ ਕਰੀਏ ਤੇ ਦੂਜੇ ਦਿਨ ਮੈਡਮ ਜਿਹੜੀ ਹੈ ਨਾ ਸਾਨੂੰ ਸਿਲੈਕਟ ਕਰਕੇ ਤੇ ਸਾਡਾ ਵੀਜ਼ਾ ਕੱਢ ਲਵੇ। ਇਹ ਬੜੇ ਸਬਰ ਔਰ ਤਹਮਲ ਵਾਲਾ ਕੰਮ ਹੈ। ਦੂਸਰੇ ਨੰਬਰ ਤੇ 1000 ਬੰਦੇ ਨੇ ਅਗਰ CV ਭੇਜਣੀ ਤੇ ਉਹਦੇ ਵਿੱਚੋਂ ਉਹਨੇ 100 ਵੀ ਨਹੀਂ, 75 ਵੀ ਨਹੀਂ, 50 ਬੰਦੇ ਉਹਨੇ ਸਿਲੈਕਟ ਕਰਨੇ ਨੇ। ਉਸ 1000 ਦੇ ਵਿੱਚੋਂ ਤੁਸੀਂ ਆਪਣੇ ਸਕਿੱਲਸ ਉਹਨੂੰ ਵਹਾਣੇ ਨੇ, ਤੇ ਤੁਸੀਂ ਉਹਨਾਂ 50 ਦੀ ਲਿਸਟ ਚ ਆਉਣਾ ਹੈ। ਜ਼ਬਰਦਸਤ, ਠੀਕ ਹੋ ਗਿਆ। ਕਿਉਂਕਿ ਮੈਨੂੰ ਇੰਝ ਪਤਾ ਹੈ, ਮੈਂ ਪਰਸੋਂ ਕੇ ਚੌਥ ਮੈਡਮ ਕੋਲ ਗਿਆ ਤੇ ਮੈਂ ਉਹਨੂੰ ਆਖਿਆ ਵੀ ਇਹ ਮੈਨੂੰ ਮਤਲਬ ਉਹ ਦਫ਼ਤਰ ਇੱਕ ਚ ਗਿਆ ਤੇ ਮੈਂ ਆਖਿਆ ਇੱਥੇ ਮੈਨੂੰ ਪਤਾ ਨਹੀਂ ਲੱਗਣ ਡਿਆ ਮੈਂ ਕੀ ਕਰਾਂ। ਮੈਨੂੰ ਅੱਗੋਂ ਨੇ ਪਤਾ ਕੀ ਆਖਿਆ, ਉਹਨੇ ਆਖਿਆ ਆਦਲ ਮੈਂ 1000 ਬੰਦੇ ਦੇ ਵਿੱਚੋਂ ਤੈਨੂੰ ਲੈ ਕੇ ਆਈ ਆ। ਵਾਹ ਵਾਹ ਵਾਹ। ਅਗਰ ਤੂੰ ਇਸ ਜਗ੍ਹਾ ਤੇ ਆਪਣਾ ਡਿਸੀਜਨ ਨਹੀਂ ਲੈ ਸਕਦਾ, ਸਿਚੁਏਸ਼ਨ ਨੂੰ ਵੇਖ ਕੇ ਡਿਸੀਜਨ ਨਹੀਂ ਲੈ ਸਕਦਾ, ਤੇ ਤੂੰ ਅੱਗੇ ਜਾ ਕੇ 27 ਮੁਲਕਾਂ ਵਿੱਚ ਗੱਡੀ ਕਿਸ ਤਰ੍ਹਾਂ ਚਲਾਏਗਾ? ਵਾਹ 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 ਵਾਹ, ਠੀਕ ਹੈ, ਜ਼ਬਰਦਸਤ। ਇਸ ਵਜ੍ਹਾ ਤੋਂ ਆਪਣੇ ਆਪ ਨੂੰ ਉਸ ਕਾਬਿਲ ਬਣਾਓ, ਆਪਣੇ ਜਿਹੜੇ ਡਾਕੂਮੈਂਟਸ ਨੇ ਅੱਛੇ ਬਣਾਓ। 2 ਨੰਬਰ ਵਾਸਤੇ ਪਾਸਪੋਰਟ ਕਿੰਨਾ ਹੋਣਾ ਚਾਹੀਦਾ ਮੈਕਸਿਮਮ?
3 ਮਹੀਨੇ 3 ਮਹੀਨੇ ਕਮ ਸੇ ਕਮ 3 ਮਹੀਨੇ ਔਰ 2 ਸਫੇ ਖਾਲੀ ਹੋਣੇ ਚਾਹੀਦੇ ਨੇ ਜੀ। ਨਹੀਂ ਕੰਮ ਪਾਸਪੋਰਟ ਜੀ ਪਾਸਪੋਰਟ ਭਾਈਜਾਨ 3 ਮਹੀਨੇ। ਡੀ ਵੀਜ਼ੇ ਦੀ ਸਿਰਫ ਇਹ ਸ਼ਰਤ ਹੁੰਦੀ ਹੈ ਠੀਕ ਹੈ ਜੀ। ਲੇਕਿਨ ਸਾਨੂੰ ਇਹ ਡੀ ਵੀਜ਼ਾ ਸੇਮ ਇਹ ਡਾਕੂਮੈਂਟ ਸਲੋਵਾਕੀਆ ਵਾਸਤੇ ਵੀ ਜੀ ਸੇਮ ਜੇ TRC ਹੈ ਤੇ ਉਹ ਹੀ ਲਿਥੁਆਨੀਆ ਵਾਲੇ ਡਾਕੂਮੈਂਟ, ਜੇ ਸਲੋਵਾਕੀਆ ਦਾ ਡੀ ਵੀਜ਼ਾ ਹੈ ਤੇ ਇਹ ਡਾਕੂਮੈਂਟ ਨੇ। ਨਹੀਂ ਤੁਸੀਂ ਸਾਰੀ ਚੇਂਜਿੰਗ ਹੋ ਸਕਦੀ ਹੈ। 4 ਡਾਕੂਮੈਂਟ ਤੁਹਾਨੂੰ ਕੰਪਨੀ ਭੇਜਣੇ ਨੇ, ਅਕੋਮੋਡੇਸ਼ਨ ਲੈਟਰ, ਵਰਕ ਪਰਮਿਟ ਜਿਹਨੂੰ ਅਸੀਂ ਆਨੇ ਆ, ਇਨਵੀਟੇਸ਼ਨ ਲੈਟਰ ਤੇ ਪਲੱਸ ਐਪਲੀਕੇਸ਼ਨ ਫਾਰਮ। 4 ਠੀਕ ਹੈ ਡਾਕੂਮੈਂਟ ਤੁਸੀਂ ਆਪਣੇ ਕੋਲੋਂ ਲਾਣੇ ਨੇ। ਬੈਂਕ ਸਟੇਟਮੈਂਟ ਓਰੀਜਨਲ ਸਟੈਂਪਾਂ ਦੇ ਨਾਲ, ਐਕਸਪੀਰੀਅੰਸ ਲੈਟਰ ਓਰੀਜਨਲ ਸਟੈਂਪ ਨਾਲ, ਉਹ ਮਤਲਬ ਦੂਸਰਾ ਨਹੀਂ ਹੋ ਸਕਦਾ। ਤੇ ਤੀਜੇ ਨੰਬਰ ਤੇ ਕੀ ਉਹਦਾ ਨਾਮ ਲੈਂਦੇ ਨੇ ਜਿਹੜਾ ਇਹ ਆਪਣੀ PCC ਜਿਹੜੀ ਹੈ ਉਹ ਮੁਫਾ ਜਾਂ ਅਪਸਟਾਈਲ ਜਿਹੜੀ ਹੈ ਸਾਊਦੀਆ ਵਾਲੀ ਉਹ ਐਕਸੈਪਟੇਬਲ ਹੈ ਅੱਗੇ, ਮਤਲਬ ਉਹ ਉੱਥੇ ਖਾਤਾ ਉਂਝ ਉੱਥੇ ਸਾਫ਼ ਹੈ ਸਾਊਦੀਆ ਤੋਂ। ਦੁਬਈ ਦੇ ਵਿੱਚ ਵੀ ਮੁਫਾ ਹੀ ਕਰਾ ਕੇ ਲਾ ਦੇਣੀ ਹੈ, ਡਬਲ ਲੀਗਲਾਈਜ਼ ਕਰਾਉਣ ਦੀ ਕੋਈ ਜ਼ਰੂਰਤ ਨਾ, ਕਤਰ ਦੀ ਡਬਲ ਲੀਗਲਾਈਜ਼ ਕਰਾਉਣ ਦੀ ਜ਼ਰੂਰਤ ਹੈ। ਜਦੋਂ ਤੁਸੀਂ ਇੱਥੇ ਪਹੁੰਚੋਗੇ ਇੱਥੋਂ ਮੈਡਮ ਤੁਹਾਡੀ ਆਪੇ ਹੀ ਕਰਾ ਲੇਗੀ। ਅੱਛਾ ਉੱਥੇ ਫਿਰ ਪਾਕਿਸਤਾਨ ਵਾਲੀ PCC ਦਾ ਤਾਂ ਨਹੀਂ ਨਾਲ ਰਿਕੁਆਇਰਮੈਂਟ ਉਸ ਦੀ ਵੀ ਹੈ? ਪਾਕਿਸਤਾਨ ਵਾਲੀ ਰਿਕੁਆਇਰਮੈਂਟ ਵੀਜ਼ੇ ਵਾਸਤੇ ਕੋਈ ਜ਼ਰੂਰੀ ਨਹੀਂ ਹੈ, ਲੇਕਿਨ ਜਦੋਂ ਤੁਸੀਂ ਇੱਥੇ ਆਉਣਾ ਤੇ ਉਹ ਹੀ ਛਿੱਕ ਕੇ 2 ਸਾਲ ਤੋਂ ਜ਼ਿਆਦਾ, ਅਗਰ ਤੁਸੀਂ 2 ਸਾਲ ਦੇ ਵਿੱਚ 6 ਮਹੀਨੇ ਤੋਂ ਜ਼ਿਆਦਾ ਰਹੇ ਤੇ ਆਪਣੀ PCC ਲੈ ਕੇ ਆਓ, ਨਹੀਂ ਤੇ ਮੈਡਮ ਆਖੇ ਜੀ ਮੰਗਵਾ। ਅੱਛਾ ਉਹ ਲਾਜ਼ਮੀ ਲੈਂਦੇ ਨਗਰ 2 ਸਾਲ ਤੋਂ ਤੁਸੀਂ ਘਟ ਰਹੇ ਹੋ ਜੀ ਜਦੋਂ TRC ਤੁਹਾਡੀ, ਤੁਸੀਂ ਇਹ ਸਮਝੋ ਸਾਕੀ ਬਾਈ, ਅੱਗੇ TRC ਤੁਸੀਂ ਦੁਬਈ 'ਚ ਰਹਿ ਕੇ ਜਾਂ ਸਾਊਦੀ 'ਚ ਰਹਿ ਕੇ ਅਪਲਾਈ ਕਰਦੇ ਸੋ, ਹੁਣ ਤੁਸੀਂ ਸ਼ੈਂਜਨ ਜ਼ੋਨ ਦੇ ਵਿੱਚ ਆ ਕੇ 3 ਮਹੀਨੇ 4 ਮਹੀਨੇ ਗੱਡੀ ਚਲਾ ਕੇ ਕੁਝ 5-4 ਯੂਰੋ ਜਿਹੜੇ ਆਪਣੀ ਜੇਬ 'ਚ ਪਾ ਕੇ ਤੇ ਫਿਰ ਤੁਸੀਂ ਚਲਾਣੀ ਅਪਲਾਈ ਕਰਨੀ ਹੈ। ਜ਼ਬਰਦਸਤ ਠੀਕ ਹੈ, ਯਾਨੀ ਰਿਕੁਆਇਰਮੈਂਟ ਹੋती है ਜੀ ਬਿਲਕੁਲ ठीक हो गया। अच्छा ते इहदे वास्ते दसो कि अगर कोई बंदा करदा है दे तो अप्लाई पे अपना पाकिस्तान तो बई ओहदे कोल अगे ऑलरेडी कोई है लाइसेंस, कोई ऐसा बंदा तुहाडी नज़रां दे अगे गुजरिया होवे? क्योंकि कुछ बंदियां मेरे कोल भी पूछया जी लाइसेंस साडे कोल है लेकिन इकामा वैलिड नहीं है, ओ कोई चांस है ओहदे वास्ते? ਉਹਦੇ ਵਾਸਤੇ ਚਾਂਸ ਉਹਨਾਂ ਕੋਲ ਇਹ ਹੀ ਹੈ, ਉਹ ਅਪਾਇੰਟਮੈਂਟ ਲੈ ਸਕਦੇ ਨੇ, ਸਬਮਿਸ਼ਨ ਕਰਾ ਸਕਦੇ ਨੇ, ਲੇਕਿਨ ਅਗਰ ਉਹਨਾਂ ਕੋਲ ਦੁਬਈ ਦਾ ਵਿਜ਼ਿਟ ਵੀਜ਼ਾ ਹੋਵੇ, ਵਿਜ਼ਿਟ ਵੀਜ਼ੇ ਤੇ ਕਰਾ ਸਕਦੇ ਨੇ ਅਗਰ ਦੁਬਈ ਦਾ ਵਿਜ਼ਿਟ ਵੀਜ਼ਾ ਖਰੀਦ ਲੈਂਦੇ ਨੇ ਤੇ। अच्छा ठीक है, सही ਇੱਕ ਹੋਰ ਮਜ਼ੇ ਦੀ ਗੱਲ ਦੱਸਾਂ ਸਾਰਿਆਂ ਭਾਈਆਂ ਵਾਸਤੇ, ਕੁਝ ਪਾਕਿਸਤਾਨ ਦੇ ਏਜੰਟ ਇਸ ਟਾਈਮ ਗਲੋਬਲ ਟਰਾਂਸਪੋਰਟ ਸਲੋਵਾਕੀਆ ਦੀ ਹਾਇਰਿੰਗ ਕਰਵਾ ਰਹੇ ਨੇ। ਗਲੋਬਲ ਟਰਾਂਸਪੋਰਟ ਨੇ ਕੰਮ ਬੰਦ ਕਰ ਦਿੱਤਾ। ਕੋਈ ਬੰਦਾ ਕਿਸੇ ਏਜੰਟ ਨੂੰ ਪੈਸੇ ਨਾ ਦੇਵੇ। ਮੇਰੇ ਕੋਲ 17, 1 ਨਹੀਂ 2 ਨਹੀਂ 3 ਨਹੀਂ 17 ਬੰਦੇ ਐਸੇ ਨੇ ਜਿਨ੍ਹਾਂ ਦੀਆਂ ਅਪਾਇੰਟਮੈਂਟਾਂ ਹੋਈਆਂ, TRCਆਂ ਡਿਸੀਜਨ ਆਏ, ਅੱਗੋਂ ਉਹਨਾਂ ਨੇ ਵੀਜ਼ੇ ਨਹੀਂ ਲਵਾਏ ਔਰ ਮੈਨੂੰ ਖੁਦ ਨੂੰ ਆਫਰ ਲੈਟਰ ਦਿੱਤਿਆ। ਉਹਨਾਂ ਆਖਿਆ ਵੀ ਆਫਰ ਲੈਟਰ ਤੇ ਉਹ ਇਨਵੀਟੇਸ਼ਨ, ਸੌਰੀ ਆਫਰ ਲੈਟਰ ਵੀ ਤੇ ਇਨਵੀਟੇਸ਼ਨ ਦਿੱਤਿਆ। ਉਹਨਾਂ ਆਖਿਆ ਤੇਰਾ ਇਨਵੀਟੇਸ਼ਨ ਕੈਂਸਲ ਕਰ ਰਹੇ ਹਾਂ, ਕੰਮ ਨਹੀਂ ਕਰਦੇ। ਕੋਈ ਬੰਦਾ ਵੀ ਗਲੋਬਲ ਟਰਾਂਸਪੋਰਟ ਸਲੋਵਾਕੀਆ ਦੇ ਵਿੱਚ ਕਿਸੇ ਏਜੰਟ ਨੂੰ ਪੈਸੇ ਨਾ ਫਸਾਏ। ਖੁਦ ਆਵੋ, ਜੇ ਕੋਈ ਪਸੰਦ ਆ ਵੀ ਜਾਂ ਕੋਈ ਏਜੰਟ ਚੱਕਰ ਦਿੰਦਾ ਵੀ ਹੈ ਤੇ ਉਹਨੂੰ ਆਖੋ ਨਹੀਂ ਪਾਈ ਜਾਣ। ਔਰ ਦੂਸਰੇ ਨੰਬਰ ਤੇ ਹੋਰ ਕੋਈ ਐਸੀ ਕੰਪਨੀ ਨੇ ਹੈ ਫਿਲਹਾਲ ਲਤਵੀਆ ਦੀ ਡਾਇਰੈਕਟ ਜਿਹੜੀ ਕਰ ਰਹੀ ਹੋਵੇ ਬੰਦੇ, ਜਿਸ ਤਰ੍ਹਾਂ ਮਤਲਬ ਲਤਵੀਆ ਦੀਆਂ ਕੰਪਨੀਆਂ ਸਨ। ਇੱਕ ਕੰਪਨੀ ਹੈ ਸੀਆ ਕ੍ਰੈਸਸ, ਪਤਾ ਨਹੀਂ ਕਿਹੜੇ ਏਜੰਟ ਕੋਲੋਂ ਕਰ ਰਹੀ ਹੈ ਤੇ ਉਹ ਵੀ ਬਹੁਤ ਹੀ ਜ਼ਿਆਦਾ ਜ਼ਲੀਲ ਕਰਦੀ ਹੈ। ਮੇਰੇ ਕੋਲ ਇੱਥੇ ਮੇਰੇ ਅਕੋਮੋਡੇਸ਼ਨ ਦੇ ਵਿੱਚ ਕਾਲਾ ਹੈ, ਉਹਨੇ ਆਖਿਆ ਕਿ ਉਹ 500 ਯੂਰੋ ਵੀ ਨਹੀਂ ਬਚਦਾ। ਕੋਈ ਬੰਦਾ ਉਸ ਕੰਪਨੀ ਜਿਹੜੀ ਹੈ ਨਾ ਸੀਆ ਕ੍ਰੈਸਸ ਵੀ ਅਪਲਾਈ ਨਾ ਕਰੇ। ਠੀਕ ਹੈ, ਚਲੋ ਜੀ ਆਦਿਲ ਭਾਈ ਬਹੁਤ ਸ਼ੁਕਰੀਆ ਤੁਹਾਡਾ, ਥੋੜਾ ਜਿਹਾ ਟਾਈਮ ਲਿਆ। ਇਹ ਕੋਈ ਮੇਨ ਚੀਜ਼ਾਂ ਵਿੱਚੋਂ ਆਣ ਜਿਹੜੀਆਂ ਕਨਫਿਊਜ਼ ਕਰਦੀਆਂ ਨੇ ਕਿ ਸਾਕੀ ਭਾਈ। ਅੱਛਾ ਮਜ਼ੇ ਦੀ ਗੱਲ ਤੁਹਾਨੂੰ ਇੱਕ ਹੋਰ ਦੱਸਾਂ, TRC ਦਾ ਡਿਸੀਜਨ ਤੁਹਾਡਾ ਪਤਾ ਹੈ 100 ਦਿਨ ਚ ਵੀ ਹੁੰਦਾ, 90 ਦਿਨਾਂ ਚ ਵੀ ਹੁੰਦਾ। ਇਹਦਾ ਭਾਈਜਾਨ ਤੁਸੀਂ ਅੱਜ ਪਾਸਪੋਰਟ ਜਮ੍ਹਾਂ ਕਰਾਇਆ ਨਾ, ਜ਼ਿਆਦਾ ਤੋਂ ਜ਼ਿਆਦਾ 1 ਮਹੀਨੇ ਬਾਅਦ ਤੁਹਾਡਾ ਪਾਸਪੋਰਟ ਤੁਹਾਡੇ ਕੋਲ ਵੀਜ਼ਾ ਲੱਗ ਕੇ ਰਿਜੈਕਟ ਹੋ ਕੇ ਆ ਜਾਣਾ। ਮੈਂ ਸੌਰੀ ਮੈਂ ਫਿਰ ਭੁੱਲ ਗਿਆ ਆਦਿਲ ਭਾਈ, ਇਹਦੀ ਲਤਵੀਆ ਦੀ ਹੈ VFS ਕੰਮ पे ਕਰਦੇ ਨੇ ਸਾਊਦੀਆ ਚ? ਜੀ ਮੈਂ ਤੁਹਾਨੂੰ ਅੱਗੇ ਅਰਜ਼ ਕੀਤੀ ਹੈ ਸਾਕੀ ਭਾਈ ਕਿ ਅੰਬੈਸੀ UAE ਦੀ ਦੁਬਈ ਦੇ ਵਿੱਚ ਤੇ VFS ਜਿਹੜਾ ਉਹ ਦਮਾਮ ਵੀ ਹੈ, ਜੱਦੇ ਵੀ ਹੈ, ਰਿਆਜ਼ ਵੀ ਹੈ।
ਜਿੱਤੇ ਵੀ ਹੈ VFS ਮਸਕਤ ਓਮਾਨ ਚ ਵੀ ਹੈ ਵੇ, ਉਸ ਤੋਂ ਬਾਅਦ ਬਹਿਰੀਨ ਚ ਵੀ ਹੈ, ਕਤਰ ਚ ਵੀ ਹੈ, ਲੇਕਿਨ ਇਹਨਾਂ ਨੂੰ ਡੀਲ ਸਾਰੀ ਜਿਹੜੀ ਹੈ ਦੁਬਈ ਵਾਲੀ ਐਮਬੈਸੀ ਕਰਦੀ ਹੈ। ਕੁਝ ਨਹੀਂ, ਏਜੰਟਾਂ ਇੱਕ ਬੰਦਾ ਜਿਹੜਾ ਸਾਊਦੀਆ ਦਾ ਵੀਜ਼ਾ ਲਵਾ ਕੇ ਤੇ ਇੱਥੇ ਡਾਕੂਮੈਂਟੇਸ਼ਨ ਆਪਣੀ ਕਰੇ ਸਬਮਿਟ, ਉਹ ਪੋਸੀਬਲ ਹੈ? ਜੀ ਬਿਲਕੁਲ, ਉਹਦੇ ਕੋਲ PRC ਯਾਨੀ ਅਕਾਮਾ ਹੋਣਾ, ਵੈਲਿਡ ਹੋਣਾ ਚਾਹੀਦਾ ਉਹਦੇ ਕੋਲ। ਨਹੀਂ, ਅਗਰ ਇਕਾਮਾ ਉਹਦੇ ਕੋਲ ਵੈਲਿਡ ਨਹੀਂ ਤੇ ਦੁਬਾਰਾ ਵਿਜ਼ਿਟ ਵੀਜ਼ਾ ਲਵਾ ਕੇ ਆਉਂਦੇ ਜੀ, ਦੁਬਾਰਾ ਵਿਜ਼ਿਟ ਵੀਜ਼ਾ ਲਵਾ ਕੇ ਉਹਨੇ ਦੁਬਈ ਜਾਣਾ ਹੈ, ਉਹਨੇ ਸਾਊਦੀਆ ਨਹੀਂ ਆਉਣਾ। अच्छा अच्छा अच्छा, ठीक है, ठीक हो गया, जबरदस्त हो गया, जबरदस्त हो गया। आदिल भाई बहुत शुक्रिया। ਕਿ ਬਾਈ इंशाल्लाह ਇੱਕ ਮਹੀਨੇ ਦੇ ਵਿੱਚ 1 ਮੰਥ ਦੇ ਵਿੱਚ ਤੁਹਾਡਾ ਸਾਰਾ ਕੰਮ ਹੋ ਕੇ, ਸਾਰਾ ਨਿਜ਼ਾਮ ਬਣ ਕੇ ਤੁਹਾਡਾ ਵੀਜ਼ਾ ਤੁਹਾਡੇ ਹੱਥ 'ਚ ਆ ਜਾਂਦਾ ਹੈ। ਔਰ ਮਜ਼ੇ ਦੀ ਗੱਲ ਇਹ ਵੇ ਕਿ ਇੰਟਰਵਿਊ ਵੀ ਬਹੁਤ ਜ਼ਿਆਦਾ ਮੁਸ਼ਕਲ ਨਹੀਂ ਹੈ। ਸਾਡਾ कंपनी ਨਾਲ ਤੁਸੀਂ ਅਪਲਾਈ ਕੀਤਾ ਤੇ ਕਿੰਨੇ ਟਾਈਮ ਤੋਂ ਬਾਅਦ, ਮਤਲਬ ਕਿੰਨਾ ਡਿਊਰੇਸ਼ਨ ਹੈ ਤੁਹਾਡਾ ਟੋਟਲ ਇੱਥੇ ਆਉਣੇ ਤੱਕ, ਕਿੰਨੇ ਦਿਨ ਦਾ ਆਪਣਾ ਪੀਰੀਅਡ ਹੈ ਤੁਹਾਡਾ? ਜੀ 15 ਨਵੰਬਰ ਵਾਲੇ ਦਿਨ ਮੈਨੂੰ ਕੰਪਨੀ ਨੇ ਆਖਿਆ ਵੀ ਤੇਰਾ ਸੀ ਆਦਲ ਭਾਈ, ਆਦਲ ਤੇਰਾ ਸੀ ਅਪਲਾਈ ਕਰਨ ਲੱਗੇ ਲੱਗ ਤੇਰਾ, ਮੈਂ ਕਿਹਾ ਓਕੇ ਕਰੋ। 15 ਨਵੰਬਰ ਤੋਂ ਲੈ ਕੇ 30 ਦਸੰਬਰ ਤੱਕ, 30 ਦਸੰਬਰ ਵਾਲੇ ਦਿਨ ਮੈਨੂੰ ਇਨਵੀਟੇਸ਼ਨ ਆਇਆ ਤੇ ਮੇਰੇ ਥੋੜੇ ਜਿਹੇ ਡਾਕੂਮੈਂਟਾਂ 'ਚ ਰੌਲਾ ਸੀ, ਉਹਦੀ ਵਜ੍ਹਾ ਤੋਂ ਮੈਂ 20 ਦਿਨ ਬਾਅਦ ਅਪਾਇੰਟਮੈਂਟ ਚੁੱਕੀ ਹੈ, 22 ਤਰੀਕ ਦੀ, ਇੱਕ ਦਿਨ ਬਾਅਦ ਦੀ ਸਬਮਿਸ਼ਨ ਕਰਾਈ ਹੈ ਤੇ ਮਾਰਚ 'ਚ ਮੈਂ ਆ ਗਿਆ ਵਾਂ। ਮੇਰੇ ਤੋਂ ਪਹਿਲੇ ਇੱਕ ਮੇਰਾ ਦੋਸਤ ਕਾਸ਼ਫ ਸੀ, ਉਹਦਾ ਵੀ 30 ਦਸੰਬਰ ਵਾਲੇ ਦਿਨ ਵਰਕ ਪਰਮਿਟ ਆਇਆ ਸੀ, ਯਾਨੀ ਇਨਵੀਟੇਸ਼ਨ ਨੰਬਰ ਆਇਆ ਸੀ, ਉਹਨੇ 13 ਤਰੀਕ ਨੂੰ ਜਮ੍ਹਾਂ ਕਰਾਈ ਸੀ ਔਰ ਦੂਸਰੇ ਮਹੀਨੇ ਦੀ 20 ਤਰੀਕ ਨੂੰ ਉਹਨੇ ਟਰੈਵਲ ਕਰ ਲਿਆ ਸੀ। ਜ਼ਬਰਦਸਤ ਜ਼ਬਰਦਸਤ, ਮਾਸ਼ਾਅੱਲਾ ਮਾਸ਼ਾਅੱਲਾ। ਯਾਨੀ ਕਿ ਇਹ 1.5 ਤੋਂ 2 ਮਹੀਨੇ ਦੇ ਵਿੱਚ ਤੁਸੀਂ ਜਨਾਬ 60 ਲੱਖ ਰੁਪਏ ਨੂੰ ਰੋਲ ਕੇ ਤੇ ਇੰਟਰੀ ਸ਼ੈਂਗਨ ਕਰ ਲੈਣੀ ਹੈ। ਇੱਥੇ ਫਿਰ ਆ ਦਿਨਾ ਬਈ ਆਪ ਮਰਿਓ ਬਿਨਾ ਤੁਹਾਨੂੰ ਜੰਨਤ ਨਹੀਂ ਲੱਭਣੀ ਹੈ, ਮਰਨਾ ਪਊ। ਜੀ ਜੀ ਬਿਲਕੁਲ, ਆਪ ਕਰਨਾ ਪਵੇਗਾ। ਜੇ ਅਗਰ ਤੁਸੀਂ ਏਜੰਟਾਂ ਦੇ ਸਹਾਰੇ ਤੇ ਲੱਗੋਗੇ ਤੇ ਬਿਲਕੁਲ ਤੁਹਾਨੂੰ ਚੱਕਰ ਵੀ ਦੇਣਗੇ। 100 ਦੇ ਕਰੀਬ ਡੇਲੀ ਬੰਦੇ ਗਰੁੱਪ 'ਚ ਵੀ ਵੈਸੇ ਵੀ ਰਾਬਤਾ ਕਰਦੇ ਨੇ ਔਰ ਪੁੱਛਦੇ ਨੇ, ਯਾਰ ਆਹ ਏਜੰਟ ਮੇਰੇ ਇੰਨੇ ਪੈਸੇ ਖਾ ਗਿਆ, ਸਾਨੂੰ ਦਵਾਓ, ਸਾਨੂੰ ਕੀ ਕਰੀਏ, ਇਹਨੇ ਸਾਨੂੰ ਆ ਵਰਕ ਪਰਮਿਟ ਦਿੱਤੇ ਨੇ, ਜੈਲੀ ਵਰਕ ਪਰਮਿਟ ਦਿੰਦੇ ਨੇ। ਜਿੰਨਾ ਚਿਰ ਤੁਹਾਡੇ ਨਾਲ ਤੁਹਾਡੀ ਮੈਡਮ ਟੱਚ 'ਚ, ਮੈਡਮ ਤੁਹਾਡੇ ਨਾਲ ਝੂਠ ਨਹੀਂ ਬੋਲੇਗੀ, ਨਾ ਤੁਹਾਨੂੰ ਕੋਈ ਗਲਤ ਪੇਪਰ ਭੇਜੇਗੀ। ਇੱਕ ਬੰਦੇ ਦੀ ਵੀਜ਼ੇ ਦੀ ਰਿਜੈਕਸ਼ਨ ਆਈ ਹੈ, ਉਹ ਵੀ ਮੈਡਮ ਕੋਲੋਂ ਮਿਸਟੇਕ ਨਾਲ ਉਹਦੇ ਇਨਵੀਟੇਸ਼ਨ ਨੰਬਰ ਤੇ ਉਹਦਾ ਨਾਂ ਗਲਤ ਹੋ ਗਿਆ ਸੀ, ਜਿਹਦੀ ਵਜ੍ਹਾ ਤੋਂ ਉਹਨਾਂ ਵੀਜ਼ਾ ਰਿਜੈਕਟ ਕੀਤਾ। ਰਿਜੈਕਟ ਇੰਜ ਕੀਤਾ ਕਿ ਸਟੈਂਪ ਨਹੀਂ ਲਾਈ, ਉਹਨਾਂ ਕਿਹਾ ਕਿ ਤੂੰ ਦੁਬਾਰਾ ਆਪਣੀ ਕਰੈਕਸ਼ਨ ਕਰਾ ਕੇ ਦੁਬਾਰਾ ਸਬਮਿਸ਼ਨ ਕਰਾ ਸਕਣਾ। ਭਾਈ ਮੈਂ ਬੜਿਆਂ ਸਾਰਿਆਂ ਬੰਦਿਆਂ ਨੂੰ ਜਾਣਨਾ ਸਮੇਤ ਤੁਹਾਡੇ, ਜਿਨ੍ਹਾਂ ਦੀ ਬੜੀ ਸਾਰੀ ਮਿਹਨਤ ਹੈ ਔਰ ਜਿਨ੍ਹਾਂ ਬੜਾ ਵਰਕ ਕੀਤਾ ਔਰ ਨਾ ਸਿਰਫ ਆਪਣੇ ਵਾਸਤੇ ਕੀਤਾ, ਉਹਨਾਂ ਫਿਰ ਆਉਣੇ ਵਾਲੇ ਬੰਦਿਆਂ ਦੇ ਵੀ ਰਾਹ ਖੋਲਣ। ਅੱਲਾ ਤੁਹਾਡੇ ਵਾਸਤੇ ਸਾਨੀਆਂ ਪੈਦਾ ਕਰੇ। ਬੰਦੇ ਸਾਡੇ ਕੀ ਕਰਦੇ ਨੇ ਕਿ ਉਹਨਾਂ ਦਾ ਇਹ ਦਿਲ ਹੁੰਦਾ, ਜਿਵੇਂ ਅੱਗੇ ਸ਼ੁਰੂ ਹੀ ਤੁਸੀਂ ਆਖਿਆ ਬਈ ਅੱਜ ਅਸੀਂ ਅਪਲਾਈ ਕਰੀਏ ਤੇ ਕੱਲ ਟੁਰ ਜਾਵੀਏ। ਮੇਨ ਚੀਜ਼ ਹੁੰਦੀ ਹੈ ਪ੍ਰੋਸੈਸ ਨਾ ਸਮਝਣੇ ਦੀ। ਜਿਸ ਬੰਦੇ ਨੂੰ ਵੀ ਭਾਈ ਜੀ ਪ੍ਰੋਸੈਸ ਦੀ ਸਮਝ ਆ ਗਈ ਨਾ, ਉਹ ਬੰਦਾ ਯਕੀਨ ਕਰੋ ਅੱਜ ਨਹੀਂ ਤੇ ਕੱਲ ਯੂਰਪ ਵਿੱਚ ਜ਼ਰੂਰ ਪਹੁੰਚੇਗਾ, ਜਿਹੜਾ ਪ੍ਰੋਸੈਸ ਨਾ ਸਮਝਦਾ। ਬਿਲਕੁਲ, ਜਿਸ ਬੰਦੇ ਪ੍ਰੋਸੈਸ ਨਾ ਨਹੀਂ ਸਮਝਣਾ, ਜਿਨ ਇਹ ਵੀ ਨਹੀਂ ਪਤਾ ਕਿ ਮੈਡੀਏਸ਼ਨ ਲੈਟਰ ਜਾਂ ਵਰਕ ਪਰਮਿਟ, ਇਹਨਾਂ ਚੀਜ਼ਾਂ ਦਾ ਜਿਸ ਬੰਦੇ ਨੌਲੇਜ ਨਹੀਂ ਹੈ ਬਈ ਕੰਪਨੀ ਉਹ ਕਿਸ ਸਟੇਜ ਤੇ ਜਾ ਕੇ ਦਿੰਦੀ ਹੈ ਜਾਂ ਤੂੰ ਕਿਸ ਸਟੇਜ ਤੇ ਜਾ ਕੇ ਫਿੰਗਰਪ੍ਰਿੰਟ ਦਿੰਦੇ ਹੋ। ਈਵਨ ਮੈਂ ਇੰਜ ਦੇ ਬੰਦਿਆਂ ਨੂੰ ਵੀ ਜਾਣਨਾ ਜਿਨ੍ਹਾਂ ਨੂੰ IDP ਦਾ ਨਹੀਂ ਪਤਾ। ਠੀਕ ਹੈ, ਯੂਰਪ ਆਉਣੇ ਦੇ ਖਵਾਇਸ਼ਮੰਦ ਨੇ, ਜ਼ਰੂਰ ਆਉਣ, ਚੰਗੀ ਗੱਲ ਹੈ। ਇੱਥੇ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਆ ਕੇ ਮਜ਼ਦੂਰੀ ਪੇ ਕਰਦੇ ਨੇ, ਉਹ ਇਹ ਤੇ ਉਹਨਾਂ ਬੰਦਿਆਂ ਵਾਸਤੇ ਵੀਡੀਓ ਹੀ ਨਹੀਂ ਨਾ, ਇਹ ਸਾਡੀ ਵੀਡੀਓ ਉਹਨਾਂ ਬੰਦਿਆਂ ਵਾਸਤੇ ਜਿਹੜੇ ਆਦੇ ਨੇ ਭਾਈ ਜੀ ਪੈਸੇ ਵੀ ਨਾ ਲਾਈਏ ਤੇ ਯੂਰਪ ਆ ਜਾਈਏ। ਤੇ ਫਿਰ ਜਿਨ੍ਹਾਂ ਇਹ ਚੀਜ਼ ਵੇਖਣੀ ਹੈ ਵੀ ਭਾਈ ਜੀ ਇਹ ਬੰਦੇ ਐਵੇਂ ਗਿਆਨ ਦਿੰਦੇ ਰਹਿੰਦੇ ਨੇ ਤੇ ਅਸੀਂ ਛਿੱਲੂ ਦੇ ਕੇ ਪੈਸੇ ਲਾ ਕੇ ਤੇ ਆ ਜਾਂਦੇ ਆ, ਮਸਲਾ ਉਹਦੇ 'ਚ ਵੀ ਕੋਈ ਨਹੀਂ, ਜ਼ਰੂਰ ਆਉਣ ਜਿਹੜੇ ਬੰਦੇ ਕੋਲ ਪੈਸੇ ਹਨ। ਭਾਈ ਏਜੰਟਾਂ ਵੀ ਤੇ ਕਦੋਂ ਖਾਣਾ ਪੀਣਾ ਨਾ, ਉਹਨਾਂ ਤੇ ਕਿਸੇ ਮਨੇ ਭਾਈ ਜਾਨ ਮੈਂ ਤੁਹਾਡੀ ਗੱਲ ਮਾਤ ਉਹਦੇ ਨਾਲ ਟੋਕਣ ਲੱਗਾ ਵਾਂ। ਇੱਕ ਨਾ ਯੂਰਪ ਟਰੱਕਸ ਚੰਗੀ ਵੱਡੀ ਵੱਡੀ ਧੁੰਦੀ ਤੱਕ ਦਾੜੇ ਪਠਾਨ ਹੈ, ਉਹ ਭਾਈ ਜਾਨ ਇੱਕ ਦਿਨ ਉਹਨੇ ਆਪਣੇ ਗਰੁੱਪ ਦੇ ਵਿੱਚ ਜਾਂ ਕਿਸੇ ਜਗ੍ਹਾ ਤੇ ਉਹਨੇ ਨਾ ਟਿਕਟੋਕ ਤੇ ਸਾਡੇ, ਮੇਰਾ, ਤੁਹਾਡਾ, ਅਦਨਾਨ ਭਾਈ ਦਾ, ਜਿਹੜੇ ਸਾਡੇ ਗਰੁੱਪ ਦੇ ਫ੍ਰੀ ਆਏ ਨੇ ਬੰਦੇ, ਉਹਨਾਂ ਦੇ ਨਾਂ ਵੇਖ ਕੇ ਨਾ, ਨਾਂ ਦੀਆਂ ਲਿਸਟਾਂ ਬਣਾ ਕੇ ਉਹਨਾਂ ਦੇ ਨੰਬਰ ਕਿਸੇ ਬੰਦੇ ਕੋਲੋਂ ਲੈ ਕੇ ਸਾਡੇ ਸਾਰਿਆਂ ਦੇ, ਤੇ ਉਹਨੇ ਆਖਿਆ ਇਹ ਬੰਦੇ ਮੈਂ ਫ੍ਰੀ ਦੇ ਵਿੱਚ ਭੇਜੇ ਨੇ ਕਿ ਮੇਰੇ ਕੋਲ ਬੰਦੇ ਜ਼ਿਆਦਾ ਹੋਣ, ਕਿਉਂਕਿ ਉਹ ਪੈਸੇ ਖਾਂਦੇ ਨਾ, ਉਹਨੇ ਕੰਮ ਕਰਨਾ ਹੈ। ਮੈਂ ਫਿਰ ਉਹਦੀ ਲਾਈਵ ਤੇ ਜਾ ਕੇ ਉਹਨੂੰ ਇਹ ਗੱਲ ਕੀਤੀ ਹੈ।
ਜੀ ਤੇ ਜੀ ਉਹ ਆਦੇ ਫ੍ਰੀ ਭੇਜਣ ਤੇ ਮੇਰੇ ਘਰੇ ਦੇ ਜੇ ਵੀ ਨਹੀਂ ਮੰਨਦੇ, ਉਹ ਆਦੇ ਨੇ ਕਿਸੇ ਏਜੰਟ ਨੇ ਪੈਸੇ ਦਿੱਤੇ ਨੇ, ਐਵੇਂ ਕਿਵੇਂ ਟੁਰ ਗਿਆ। ਮੰਡੀ ਦੇ ਆ ਨਾ ਭਾਈ ਜੀ, ਤੁਹਾਨੂੰ ਪਤਾ ਹੈ ਜੀ ਮੰਡੀ ਜੀ ਤੇ ਜੱਬ ਜੱਬ ਇਹ ਗੱਲ ਵੀ ਭਾਈ ਨਹੀਂ। ਦਨਾਨ, ਭਾਈ ਫੈਸਲ ਬਾਜਵਾ ਸਾਹਿਬ ਦਾ ਨੰਬਰ, ਮੇਰਾ ਨੰਬਰ, ਤੁਹਾਡਾ ਨੰਬਰ, ਮਲਕ ਸ਼ਾਹ ਜ਼ੇਬ ਦਾ ਨੰਬਰ। ਭਾਈ ਜਾਨ ਤੁਹਾਨੂੰ ਇਸ ਚੀਜ਼ ਦਾ, ਤੁਸੀਂ ਤਾਂ ਹੁਣ ਯੂਰਪ ਚ ਆ ਗਏ ਸੀ ਨਾ, ਮੈਂ ਪਿੱਛੇ ਸਾਲ, ਮੈਂ ਹਜੇ ਤੱਕ ਵਿਹਲਾ ਵਾਂ, ਅਜੇ ਕੰਮ ਨਹੀਂ ਕਰ ਰਿਹਾ, ਠੀਕ ਹੈ। ਤੁਸੀਂ ਯਕੀਨ ਨਹੀਂ ਕਰਨਾ, ਜਿਹੜੇ ਮੇਰੇ ਤੋਂ ਪਹਿਲਾਂ ਜਾਂ ਮੇਰੇ ਗਰੁੱਪ ਚ ਆਉਣ ਤੋਂ ਪਹਿਲਾਂ ਜਿਹੜੇ ਤੁਹਾਡੇ ਗਰੁੱਪ ਬੈਜ ਵਾਲੇ ਬੰਦੇ ਸਨ, ਉਹ ਕਿੰਨੇ ਸਨ ਉਹਨਾਂ ਦਾ ਮੈਨੂੰ ਨਹੀਂ ਪਤਾ। ਇਹ ਜਿਹੜਾ 2024 ਦੇ 12ਵੇਂ ਮਹੀਨੇ ਤੋਂ ਵਿੱਚ ਤੇ 12ਵੇਂ ਮਹੀਨੇ ਤੋਂ 10ਵੇਂ ਮਹੀਨੇ ਤੋਂ ਲੈ ਕੇ 12ਵੇਂ ਮਹੀਨੇ ਤੱਕ ਨੇ ਨਾ, 45 ਤੋਂ 55 ਤੋਂ 60 ਬੰਦੇ ਨੇ ਜਿਹੜੇ ਆਏ ਨੇ ਮਾਸ਼ਾਅੱਲਾ ਸਾਡੇ ਮਾਸ਼ਾਅੱਲਾ। ਗਰੁੱਪ ਦੇ ਤਵੱਸਫ ਨਾਲ। ਮਿਹਨਤ ਉਹਨਾਂ ਨੇ ਖੁਦ ਕੀਤੀ ਏ, ਸਿਰਫ ਸਾਡੇ ਕੋਲੋਂ ਹੈਡਲਾਈਨਸ ਲਈਆਂ ਨੇ ਉਹਨਾਂ ਨੇ, ਅੱਗੋਂ ਵਾਹ ਹੈਡਲਾਈਨਸ ਤੋਂ ਬਾਅਦ ਤਸ਼ਰੀਹ ਉਹਨਾਂ ਆਪ ਲਿਖੀ ਏ। ਵਾਹ 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 ਵਾਹ, ਜ਼ਬਰਦਸਤ। ਸਿਰਫ ਸਾਡੇ ਕੋਲੋਂ, ਮੇਰੇ ਕੋਲੋਂ, ਤੁਹਾਡੇ ਕੋਲੋਂ, ਮਲਕ ਸ਼ਾਹ ਜ਼ੇਬ ਕੋਲੋਂ, ਫੈਸਲ ਭਾਈ ਕੋਲੋਂ, ਜਿੰਨੇ ਵੀ ਮਤਲਬ ਬਾਬਰ ਰਾਹ ਸਾਹਿਬ ਨੇ, ਠੀਕ ਹੈ, ਇਹ ਸਾਰੇ ਮਤਲਬ ਜ਼ਿਆਦਾ ਮੋਸਟਲੀ ਦੋਸਤ, ਮੈਂ ਸ਼ੇਖਪੁਰੇ ਦਾ ਤੇ ਮੋਸਟਲੀ ਦੋਸਤ ਜਿਹੜੇ ਨੇ ਇਹ ਸਾਰੇ ਮੰਡੀ ਦੇ ਨੇ, ਠੀਕ ਹੈ। ਇਹਨਾਂ ਦੇ ਦੋਸਤ ਜਿੰਨੇ ਸਨ, ਜਿੰਨੇ ਦੋਸਤ ਨੇ ਸਾਡੇ, ਇਹਨਾਂ ਦੇ ਕੋਲੋਂ ਪੁੱਛ ਕੇ ਤੇ ਭਾਈਜਾਨ ਬੰਦੇ ਇੱਥੇ ਪਹੁੰਚੇ ਨੇ ਔਰ ਅਲਹਮਦੁਲਿਲਾ ਆਪਣੀ ਰੋਜ਼ੀ ਰੋਟੀ ਕਮਾ ਰਹੇ ਨੇ। ਅੱਜ ਵੀ ਮੇਰਾ ਤੇ ਚਲੋ ਟੈਕੋ ਦਾ ਉਹ ਮਸਲਾ ਬਣ ਗਿਆ ਨਾ, ਮਤਲਬ ਕਾਰਡ ਜਿਹੜਾ ਇੱਥੋਂ ਦਾ ਬਣਦਾ ਉਹਦਾ ਨਾਂ ਗਲਤ ਹੋ ਗਿਆ, ਤੇ ਅੱਜ ਵੀ ਮੁੰਡੇ ਜਿਹੜੇ ਅੱਜ ਪਾਸ ਕਰਕੇ ਆਏ ਨੇ, ਕੰਪਨੀ ਨੇ ਅੱਜ ਹੀ ਚਾੜੇ ਨੇ। ਔਰ ਰਾਤੀ ਮੈਂ ਪਤਾ ਵੀਡੀਓ ਵੀ ਤੁਹਾਨੂੰ ਸੈਂਡ ਕੀਤੀ ਸੀ, ਅੱਜ ਪਾਸ ਕਰਕੇ ਆਏ ਨੇ, ਅੱਜ ਹੀ ਗੱਡੀਆਂ ਤੇ ਚਾੜ ਦਿੱਤੇ ਨੇ ਉਹਨਾਂ ਨੇ, ਅੱਜ ਹੀ ਮੀਟਿੰਗ ਸਟਾਰਟ ਹੋ ਗਈ ਹੈ। ਕੀ ਬਾਤ ਹੈ। ਤੇ ਮੈਨੂੰ ਦੱਸੋ ਕਿ ਕਿਹੜਾ ਬੰਦਾ ਯੂਰਪ ਚ ਆ ਕੇ ਪਹਿਲੇ ਮਹੀਨੇ ਵਿੱਚ ਹੀ ਆਪਣਾ ਮੀਟਰ ਸ਼ੁਰੂ ਕਰ ਲੈਂਦਾ? ਕਿਹੜਾ ਕੰਮ ਹੈ ਜਿਹੜਾ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਿੰਦਾ ਹੈ ਭਾਈ ਜੀ, ਟਰੱਕਿੰਗ ਦਿੰਦੀ ਤੁਹਾਨੂੰ? ਭਾਈਜਾਨ ਮੇਰੀ ਇੱਕ ਗੱਲ ਸੁਣੋ, ਸਾਡੀ ਜਿਹੜੀ ਬਾਲਟਿਕ ਟਰਾਂਸਲੈਨ ਕੰਪਨੀ ਹੈ, ਠੀਕ ਹੈ, ਇਹਦੇ ਚਿੱਟੇ ਖੇਸ ਤੇ ਚਿੱਟੀਆਂ ਚਾਦਰਾਂ ਤੁਹਾਡੇ ਸਹੁਰਿਆਂ ਵੀ ਤੁਹਾਨੂੰ ਕਦੇ ਨਹੀਂ ਦਿੱਤੀਆਂ ਹੋਣੀਆਂ, ਜਾਂਦੇ ਦਿੰਦੇ ਨੇ, ਔਰ ਫ੍ਰੀ ਦੇ ਵਿੱਚ ਹੋਟਲ ਦਿੰਦੇ ਨੇ ਤੁਹਾਨੂੰ। ਅੱਛਾ, ਵਾਹ। ਹਾਂਜੀ, ਸਾਡੇ ਫ੍ਰੀ ਦੇ ਵਿੱਚ ਹੋਟਲ ਨੇ, ਹੋਸਟਲ ਸਾਡੇ ਫ੍ਰੀ ਦੇ ਵਿੱਚ ਨੇ, ਤਨਖਾਹ ਦੇ ਵਿੱਚੋਂ ਨਾ ਕੱਟਣੇ ਨੇ ਪੈਸੇ ਥੋੜੇ ਥੋੜੇ ਕਰਕੇ, ਠੀਕ ਹੈ। ਤੁਹਾਨੂੰ ਅੱਛੀ ਜਗ੍ਹਾ ਦੇ ਰਹੇ ਨੇ, ਅੱਛਾ ਪੁਆਇੰਟ ਦੇ ਰਹੇ ਨੇ, ਤੁਹਾਨੂੰ ਸਕੂਲ ਦੇ ਰਹੇ ਨੇ ਟ੍ਰੇਨਿੰਗ ਕਰਨ ਵਾਸਤੇ, ਤੁਹਾਡੇ ਪੇਪਰ ਬਣਵਾ ਰਹੇ ਨੇ ਔਰ ਤੁਹਾਨੂੰ ਗੱਡੀ ਤੇ ਚਾੜ ਰਹੇ ਨੇ। ਇਸ ਤੋਂ ਵੱਡੀ ਤੁਹਾਨੂੰ ਅਪਰਚੁਨਿਟੀ ਕੀ ਮਿਲ ਸਕਦੀ ਹੈ? ਔਰ 2224 ਤੋਂ ਯੂਰੋ ਵੀ ਤੁਸੀਂ ਮਹੀਨੇ ਦਾ ਕਮਾਉਣਾ ਹੈ। ਅਗਰ ਸਿਰਫ ਮੈਨੂੰ ਤੇ ਇੱਕ ਹੀ ਗੱਲੇ ਦਾ ਪਤਾ ਹੈ, ਹਾਲਾਂਕਿ ਮੇਰੇ ਨਜ਼ਦੀਕ ਏਡੀ ਇਹ ਗੱਲ ਅਹਿਮੀਅਤ ਨਹੀਂ ਰੱਖਦੀ ਕਿ ਚਲੋ ਮੈਂ ਵੀ ਫਿਰ ਉਸੇ ਮਾਸ਼ਰੇ ਦਾ ਹਿੱਸਾ ਹਾਂ। ਮੈਂ ਇਹ ਨਾ ਬਈ ਇਹ ਸਾਰਾ ਕੁਝ ਹੀ ਮਨੇ ਰਿਹਾ ਰਵੇ। ਅਗਰ ਤੁਹਾਡੇ ਨਾਲ, ਤੁਹਾਡੇ ਨਾਵੇਂ ਨਾਲ ਸਿਰਫ ਯੂਰਪ ਦਾ ਠੱਪਾ ਲੱਗ ਜਾਂਦਾ ਨਾ ਭਾਈ, ਤੇ ਬਸ ਬਹੁਤ ਸੀ। ਉਹ ਕੈਂਸਰ ਗੋਂਦਲ ਇੱਥੇ ਥੱਲੇ ਆਈ, ਉਹ ਆਦਾ ਭਾਈ ਜੀ ਬੰਦੇ ਜਿਹੜੇ ਨਾ ਉਹ ਆਪਣਾ ਸਰਾਂਦੀ ਨਾ ਬਾਣ ਦਿੰਦੇ, ਅਰਬ ਤੋਂ ਜਾਂਦੇ ਆ ਅਸੀਂ ਤੇ ਹੁਣ ਜਿਹੜਾ ਨਹੀਂ ਉਹ ਭਾਈ ਸਰਾਂਦੀ ਬਾਣੇ ਵਾਸਤੇ ਮੈਂ ਆਇਆ, ਮੈਂ ਕਿਹਾ ਬਹਿ ਲੈ ਤੂੰ ਵੱਲ ਹੋ ਜਾ ਸੀ। ਤੇ ਅੱਲਾ ਭਾਈ ਤੁਹਾਨੂੰ ਖੁਸ਼ ਰੱਖੇ, ਤੁਸੀਂ ਬੜਾ ਟਾਈਮ ਦਿੱਤਾ ਸਾਨੂੰ, ਤੇ ਅੱਲਾ ਪਾ ਖੈਰ ਕਰੇ। ਤੁਸੀਂ ਆਪਣਾ ਕੋਈ ਕੰਮ ਧੰਦਾ ਹੈ, ਆਪਣਾ ਮਾਮਲਾਤ ਆਪਣੇ ਸਿੱਧੇ ਕਰੋ, ਤੇ ਇਨਸ਼ਾਅੱਲਾ ਇਸ ਵੀਡੀਓ ਨੇ ਮੈਂ ਵਿੱਚੋਂ ਕੋਈ ਚਾਹ ਕੇ ਪੁਆਇੰਟ ਐਡਿਟ ਕਰਕੇ ਤੇ ਫਿਰ YouTube ਤੇ ਲਾਣਾ ਹੈ, ਕਿਉਂਕਿ ਆਪਣਾ ਹਰ ਬੰਦੇ ਨੇ ਕਲਿਆਂ ਕਲਿਆਂ ਇਹ ਗੱਲ ਦੱਸਣਾ ਹੀ ਹੁੰਦੀ ਯਾਰ। ਮੈਂ ਪਿਆ ਦੇ ਰੋਜ਼ਾਨਾ ਚੈਲੰਜ। ਇੱਕ ਹੋਰ ਗੱਲ ਹੈ, ਇੰਗਲਿਸ਼ ਦੀ ਗੱਲ ਮੈਨੂੰ ਕਰਨੀ ਭੁੱਲ ਗਈ ਹੈ। ਇੰਗਲਿਸ਼ ਕਮ ਸੇ ਕਮ ਕਿਤਨੀ ਜ਼ਰੂਰੀ ਹੈ? ਇੰਗਲਿਸ਼ ਇੰਨੀ ਕੁ ਜ਼ਰੂਰੀ ਹੈ ਕਿ ਅਗਲੇ ਨੂੰ ਗੱਲ ਸਮਝਾ ਸਕੋ ਤੇ ਅਗਲੇ ਦੀ ਗੱਲ ਮਾੜੀ ਮੋਟੀ ਸਮਝ ਸਕੋ, ਔਰ ਕੌਨਫੀਡੈਂਸ ਨਾਲ ਬੋਲਣਾ ਹੈ। ਭਾਈਜਾਨ ਤੁਹਾਡੀ ਨਵਾਜ਼ਿਸ਼, ਤੁਸੀਂ ਗਰੁੱਪ ਦਾ ਇੱਕ ਚੇਨ ਬਣਾਈ, ਇੱਕ ਕੜੀ ਨਾਲ ਕੜੀ ਜੋੜੀ, ਇਹ ਤੇ ਤੁਹਾਡੀ ਨਵਾਜ਼ਿਸ਼ ਹੈ ਨਾ ਕਿ ਤੁਸੀਂ ਇੰਨਾ ਟਾਈਮ ਦਿੰਦੇ ਹੋ, ਔਰ ਤੁਹਾਡੀ ਇਹ ਭਰਾਵਾਂ ਦੀ ਕੋਸ਼ਿਸ਼ਾਂ ਦੀ ਵਜ੍ਹਾ ਤੋਂ, ਦੱਸਣ ਦੀ ਵਜ੍ਹਾ ਤੋਂ ਅਸੀਂ ਇੱਥੇ ਪਹੁੰਚੇ ਹਾਂ। ਨਹੀਂ ਤੇ ਅਸੀਂ ਵੀ ਇੱਕ ਏਜੰਟ ਨੂੰ ਪੈਸੇ ਦੇਣ ਦੇ ਚੱਕਰਾਂ ਚ, ਮੇਰਾ ਇੱਕ ਦੋਸਤ ਸੀ ਤੇ ਉਹਨੇ ਆਖਿਆ ਜਾ ਕੇ ਨੋਬਲ ਬ੍ਰਿਜ ਵਾਲਿਆਂ ਨੂੰ ਕਿਸੇ ਨੂੰ ਪੈਸੇ ਦੇ ਤੇ ਤੇਰਾ ਕੰਮ ਹੋ ਜਾਏਗਾ। ਮੈਂ ਸਾਕੀ ਭਾਈ ਤੁਹਾਡੀ ਵੀਡੀਓ ਵੇਖੀ ਟਿਕਟੋਕ ਤੇ, ਮੈਂ ਆਪਣਾ ਨੰਬਰ ਤੁਹਾਨੂੰ ਸ਼ੇਅਰ ਕੀਤਾ, ਤੇ ਮੈਂ ਕਿਹਾ ਬਾਈ ਜੀ ਮੈਂ ਵੀ ਯੂਰਪ ਆਉਣਾ ਚਾਹੁੰਦਾ ਵਾਂ, ਮੈਨੂੰ ਵੀ ਕੋਈ ਦੱਸੋ। ਤੁਸੀਂ ਮੈਨੂੰ ਦੱਸਿਆ ਕਿ ਮੇਰੇ WhatsApp ਗਰੁੱਪ ਨੂੰ ਜੁਆਇਨ ਕਰ, WhatsApp ਨੂੰ ਜੁਆਇਨ ਕੀਤਾ, ਫਿਰ ਅੱਗੇ ਕੰਮ ਟੁਰਿਆ, ਫਿਰ ਅੱਲਾ ਨੇ ਸਾਡੀ ਬਾਂਹ ਫੜੀ, ਅਸੀਂ ਵੀ ਪਹੁੰਚ ਗਏ, ਠੀਕ ਹੈ। ਔਰ 2700 ਦਰਮ ਦੇ ਵਿੱਚ ਮੈਂ ਯੂਰਪ ਲਿਥੁਆਨੀਆ ਦੇ ਵਿੱਚ ਮੌਜੂਦ ਹਾਂ, ਸਮੇਤ ਟਿਕਟ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਪਾ ਖੈਰ ਰੱਖੇ। ਆਦਲ ਸਾਹਿਬ ਬਹੁਤ ਸ਼ੁਕਰੀਆ ਸਰ, ਤੁਹਾਡਾ ਬਹੁਤ ਟਾਈਮ ਦਿੱਤਾ ਤੁਸੀਂ। ਤੇ ਮਜ਼ੀਦ ਅਗਰ ਕੋਈ ਸਾਡੇ ਸਵਾਲ ਹੋਏ ਸਰ, ਤੇ ਫਿਰ ਤੁਹਾਨੂੰ ਜਿਹੜਾ ਨਾ ਉਹ ਸੀ ਜ਼ਹਿਮਤ ਦੇਸਾਂ ਦੇ ਸਾਨੂੰ ਜੁਆਇਨ ਕਰਿਆ। ਚੰਗਾ ਬਾਬੇ ਨੇ ਆਪਣਾ ਢੇਰ ਸਾਰਾ ਖਿਆਲ ਰੱਖਿਆ। ਅੱਲਾ ਸੋਹਣੇ ਦੇ ਵਾਲੇ, ਫੀਮਾਨ ਅੱਲਾ।